ਅਸੀਂ ਬਹੁਤ ਗਰੀਬ ਸੀ ਤੇ ਗਰੀਬੀ ਕਰਕੇ ਬਹੁਤ ਪਰੇਸ਼ਾਨ ਸੀ। ਆਪਣੀ ਮੁਸ਼ਕਿਲ ਆਸਾਨ ਕਰਨ ਲਈ ਮੈਂ ਹਰ ਰੋਜ਼ ਮੰਦਰ ਜਾਂਦੀ ਤੇ ਰੱਬ ਅੱਗੇ ਦੁਆ ਕਰਦੀ ਸੀ। ਇੱਕ ਦਿਨ ਮੈਂ ਮੰਦਰ ਗਈ ਹੋਈ ਸੀ ਕਿ ਇੱਕ ਬਜ਼ੁਰਗ ਆਦਮੀ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਿਆ ਕਿ ਤੇਰੀਆਂ ਕਿੰਨੀਆਂ ਬੇਟੀਆਂ ਹਨ। ਮੈਂ ਕਿਹਾ ਦੋ। ਤਾਂ ਉਹ ਕਹਿਣ ਲੱਗਿਆ ਕਿ ਆਪਣੀ ਛੋਟੀ ਬੇਟੀ ਦਾ ਵਿਆਹ ਕਰਵਾ ਦੇ, ਤੂੰ ਮਾਲਾ ਮਾਲ ਹੋ ਜਾਵੇਂਗੀ। ਮੈਂ ਬਜ਼ੁਰਗ ਦੀ ਗੱਲ ਸੁਣ ਕੇ ਹੈਰਾਨ ਸੀ ਕਿ ਮੈਂ ਵੱਡੀ ਤੋਂ ਪਹਿਲਾਂ ਛੋਟੀ ਦਾ ਵਿਆਹ ਕਿਵੇਂ ਕਰ ਸਕਦੀ ਹਾਂ। ਉਸ ਦਿਨ ਤਾਂ ਘਰ ਆ ਗਈ। ਜਦੋਂ ਵੀ ਮੰਦਰ ਜਾਂਦੀ ਉਹ ਬਜ਼ੁਰਗ ਇਹੀ ਗੱਲ ਕਹਿੰਦਾ। ਮੈਂ ਘਰ ਆਈ ਤਾਂ ਮੇਰੇ ਬੇਟੇ ਰਵੀ ਦੀ ਤਬੀਅਤ ਬਹੁਤ ਖਰਾਬ ਹੋ ਗਈ। ਡਾਕਟਰ ਤੋਂ ਪਤਾ ਚੱਲਿਆ ਕਿ ਉਸਨੂੰ ਗੁਰਦਿਆਂ ਦੀ ਬਿਮਾਰੀ ਹੈ। ਇਸ ਤਰ੍ਹਾਂ ਹੀ 1.5 ਮਹੀਨਾ ਲੰਘ ਗਿਆ। ਮੇਰਾ ਇੱਕ ਹੀ ਬੇਟਾ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਪੈਸਿਆਂ ਦਾ ਇੰਤਜ਼ਾਮ ਕਰੋ, ਰਵੀ ਦੀ ਹਾਲਤ ਬਹੁਤ ਖਰਾਬ ਹੋ ਰਹੀ ਹੈ, ਉਹ ਬਹੁਤ ਤਕਲੀਫ ਵਿੱਚ ਹੈ। ਮੇਰੇ ਪਤੀ ਵੀ ਆਪਣੀ ਬੇਬਸੀ ਕਾਰਨ ਰੋਣ ਲੱਗੇ ਕਿ ਮੈਂ ਕਿਸ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕਰਾਂ, ਕਿਸ ਦੇ ਅੱਗੇ ਜਾ ਕੇ ਹੱਥ ਫੈਲਾਵਾਂ। ਮੈਂ ਤਾਂ ਹਜੇ ਪਹਿਲਾਂ ਵਾਲਾ ਕਰਜ਼ਾ ਹੀ ਨਹੀਂ ਮੋੜ ਸਕਿਆ। ਮੈਂ ਸਾਰੀ ਰਾਤ ਰੋ ਰੋ ਕੇ ਰੱਬ ਤੋਂ ਆਪਣੇ ਬੇਟੇ ਲਈ ਦੁਆ ਮੰਗਦੀ ਰਹੀ ਤੇ ਸਵੇਰੇ ਮੰਦਰ ਚਲੀ ਗਈ। ਉਹੀ ਬਜ਼ੁਰਗ ਫਿਰ ਮੇਰੇ ਸਾਹਮਣੇ ਆ ਗਿਆ ਤੇ ਕਹਿਣ ਲੱਗਿਆ, ਆਪਣੀ ਛੋਟੀ ਬੇਟੀ ਦਾ ਵਿਆਹ ਕਰਵਾ ਦੇ, ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਮੈਂ ਕਿਹਾ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਤਾਂ ਉਹ ਕਹਿਣ ਲੱਗਿਆ, ਜਿਵੇਂ ਮੈਂ ਕਹਿੰਦਾ ਹਾਂ ਉਵੇਂ ਹੀ ਕਰ, ਸਭ ਠੀਕ ਹੋ ਜਾਵੇਗਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਸੋਚ ਵਿੱਚ ਪੈ ਗਈ ਕਿ ਕੀ ਕਰਾਂ। ਫਿਰ ਮੈਂ ਸੋਚਿਆ ਕਿ ਸ਼ਾਇਦ ਇਹ ਰੱਬ ਦਾ ਹੀ ਕੋਈ ਇਸ਼ਾਰਾ ਹੋਵੇ, ਰੱਬ ਨੇ ਹੀ ਇਸ ਬਜ਼ੁਰਗ ਨੂੰ ਭੇਜਿਆ ਹੋਵੇ। ਮੈਂ ਵਾਪਸ ਘਰ ਆਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਨੇਹਾ ਲਈ ਕੋਈ ਰਿਸ਼ਤਾ ਲੱਭ ਲਵੋ। ਇਹ ਸੁਣ ਕੇ ਮੇਰੇ ਪਤੀ ਗੁੱਸੇ ਵਿੱਚ ਬੋਲੇ ਕਿ ਇਹ ਕੀ ਬੋਲ ਰਹੀ ਹੈ, ਉਸ ਦੀ ਉਮਰ ਹੀ ਕਿੰਨੀ ਹੈ, ਸੁਮਨ ਵੱਡੀ ਹੈ, ਉਸ ਦਾ ਵਿਆਹ ਕਰ ਸਕਦੇ ਹਾਂ। ਪਰ ਮੈਂ ਆਪਣੀ ਗੱਲ 'ਤੇ ਅੜੀ ਰਹੀ ਤਾਂ ਮੇਰੇ ਪਤੀ ਕਹਿਣ ਲੱਗੇ ਕਿ ਕੋਈ ਗੱਲ ਹੈ ਜੋ ਤੂੰ ਮੈਥੋਂ ਛੁਪਾ ਰਹੀ ਹੈ, ਕਿ ਨੇਹਾ ਨੇ ਕੋਈ ਗਲਤੀ ਕਰ ਦਿੱਤੀ ਹੈ। ਮੈਂ ਕਿਹਾ, ਨਹੀਂ, ਅਜਿਹਾ ਕੁਝ ਨਹੀਂ ਹੈ। ਫਿਰ ਮੈਂ ਆਪਣੇ ਪਤੀ ਨੂੰ ਉਸ ਬਜ਼ੁਰਗ ਦੀ ਗੱਲ ਦੱਸੀ ਕਿ ਉਸਨੇ ਕਿਹਾ ਕਿ ਜੇ ਅਸੀਂ ਆਪਣੀ ਛੋਟੀ ਬੇਟੀ ਦਾ ਵਿਆਹ ਕਰਦੇ ਹਾਂ ਤਾਂ ਮਾਲਾ ਮਾਲ ਹੋ ਜਾਵਾਂਗੇ। ਮੇਰੇ ਪਤੀ ਕਹਿਣ ਲੱਗੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹੋ ਜਿਹੀ ਫਜ਼ੂਲ ਦੀ ਗੱਲ ਅੱਗੇ ਤੋਂ ਮੇਰੇ ਨਾਲ ਨਾ ਕਰੀਂ। ਮੈਂ ਆਪਣੇ ਪਤੀ ਨੂੰ ਮਨਾਉਣ ਲਈ ਕਈ ਦਿਨ ਲੱਗ ਗਏ। ਮੇਰਾ ਵੀ ਇਹ ਸਭ ਕਰਨ ਦਾ ਮਨ ਨਹੀਂ ਸੀ, ਪਰ ਜਦੋਂ ਇਨਸਾਨ ਪਰੇਸ਼ਾਨ ਹੋਵੇ ਤੇ ਉਸ ਪਰੇਸ਼ਾਨੀ ਦਾ ਕੋਈ ਹੱਲ ਨਜ਼ਰ ਨਾ ਆਵੇ ਤਾਂ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਫਿਰ ਵਿਆਹ ਹੀ ਤਾਂ ਕਰਨਾ ਸੀ ਆਪਣੀ ਬੇਟੀ ਦਾ। ਕੁਝ ਸਮਾਂ ਪਹਿਲਾਂ ਹੀ ਸਹੀ, ਕੀ ਪਤਾ ਉਸ ਬਜ਼ੁਰਗ ਦੀ ਗੱਲ ਸੱਚ ਹੋ ਜਾਵੇ ਤੇ ਸੱਚੀ ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣ। ਇਹੀ ਸਭ ਸੋਚਦੇ ਵਿਚਾਰਦੇ ਪੂਰਾ ਦਿਨ ਨਿਕਲ ਗਿਆ। ਮੇਰੇ ਪਤੀ ਵੀ ਪੈਸਿਆਂ ਦਾ ਇੰਤਜ਼ਾਮ ਨਹੀਂ ਕਰ ਪਾ ਰਹੇ ਸਨ। ਉੱਧਰ ਮੇਰੇ ਬੇਟੇ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ। ਇਸ ਲਈ ਦਿਲ 'ਤੇ ਪੱਥਰ ਰੱਖ ਕੇ ਛੋਟੀ ਬੇਟੀ ਨੇਹਾ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਰ ਦਿਲ ਵਿੱਚ ਡਰ ਸੀ ਕਿ ਕਿਤੇ ਮਜਬੂਰੀ ਵਿੱਚ ਆਪਣੀ ਬੇਟੀ ਦੀ ਜ਼ਿੰਦਗੀ ਨਾ ਬਰਬਾਦ ਕਰ ਬੈਠੀਏ। ਇੱਕ ਪਾਸੇ ਬੇਟੇ ਦੀ ਜ਼ਿੰਦਗੀ ਦਾ ਸਵਾਲ ਸੀ ਤੇ ਇੱਕ ਪਾਸੇ ਬੇਟੀ ਦੀ। ਜਦੋਂ ਇਨਸਾਨ ਮਜਬੂਰ ਹੋਵੇ ਤਾਂ ਨਾ ਚਾਹੁੰਦੇ ਹੋਏ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਫਿਰ ਮੈਂ ਇੱਕ ਔਰਤ ਜੋ ਰਿਸ਼ਤੇ ਕਰਵਾਉਂਦੀ ਸੀ ਉਸਨੂੰ ਨੇਹਾ ਵਾਸਤੇ ਰਿਸ਼ਤਾ ਲੱਭਣ ਲਈ ਕਿਹਾ। ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ। ਸਾਰੀ ਰਾਤ ਇਸ ਤਰ੍ਹਾਂ ਹੀ ਲੰਘ ਗਈ। ਅਗਲੀ ਸਵੇਰ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵੱਡੀ ਸਾਰੀ ਗੱਡੀ ਖੜੀ ਸੀ। ਉਸ ਵਿੱਚ ਇੱਕ ਔਰਤ ਨਿਕਲ ਕੇ ਮੇਰੇ ਕੋਲ ਆਈ। ਉਸਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਪੈਸੇ ਵਾਲੀ ਹੈ। ਉਹ ਕਹਿਣ ਲੱਗੀ ਕਿ ਤੁਸੀਂ ਹੀ ਬੇਟੀ ਦਾ ਰਿਸ਼ਤਾ ਕਰਨਾ ਹੈ। ਤਾਂ ਮੈਂ ਕਿਹਾ, ਜੀ। ਉਹ ਕਹਿਣ ਲੱਗੀ, ਚਲੋ ਅੰਦਰ ਚੱਲ ਕੇ ਗੱਲ ਕਰਦੇ ਹਾਂ। ਉਹ ਕਹਿਣ ਲੱਗੀ ਕਿ ਮੇਰਾ ਇੱਕ ਬੇਟਾ ਹੈ, ਮੈਂ ਉਸਦਾ ਵਿਆਹ ਕਰਨਾ ਚਾਹੁੰਦੀ ਹਾਂ। ਪੰਡਿਤ ਨੇ ਕਿਹਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਬੇਟੇ ਦਾ ਵਿਆਹ ਕਰਵਾ ਦੇ, ਨਹੀਂ ਤਾਂ ਮੇਰੀ ਅਮੀਰੀ ਗਰੀਬੀ ਵਿੱਚ ਬਦਲ ਜਾਵੇਗੀ। ਪੰਡਿਤ ਨੇ ਇਹ ਵੀ ਕਿਹਾ ਕਿ ਕੁੜੀ ਗਰੀਬ ਘਰ ਦੀ ਹੋਵੇ ਤੇ ਮੇਰੇ ਬੇਟੇ ਦੀ ਹਮ ਉਮਰ ਹੋਵੇ। ਤਾਂ ਮੈਂ ਆਪਣੇ ਬੇਟੇ ਵਾਸਤੇ ਰਿਸ਼ਤਾ ਲੱਭ ਹੀ ਰਹੀ ਸੀ ਕਿ ਕਿਸੇ ਨੇ ਤੁਹਾਡੀ ਛੋਟੀ ਬੇਟੀ ਬਾਰੇ ਦੱਸਿਆ। ਮੇਰੇ ਬੇਟੇ ਦੀ ਉਮਰ ਵੀ ਤੁਹਾਡੀ ਬੇਟੀ ਜਿੰਨੀ ਹੀ ਹੈ। ਮੈਂ ਵੀ ਲੜਕੇ ਨੂੰ ਦੇਖੇ ਬਿਨਾਂ ਹੀ ਵਿਆਹ ਲਈ ਹਾਂ ਕਰ ਦਿੱਤੀ। ਵਿਆਹ ਲਈ ਇੱਕ ਹਫ਼ਤੇ ਦਾ ਸਮਾਂ ਸੀ। ਮੇਰੇ ਪਤੀ ਵੀ ਮੰਨ ਗਏ ਸਨ, ਪਰ ਮੇਰੀ ਬੇਟੀ ਨੂੰ ਇਹ ਸੁਣ ਕੇ ਗੁੱਸਾ ਆ ਗਿਆ। ਉਹ ਕਹਿਣ ਲੱਗੀ ਕਿ ਤੁਸੀਂ ਪੈਸੇ ਦੇ ਲਾਲਚ ਵਿੱਚ ਇੰਨੀ ਜਲਦੀ ਨੇਹਾ ਦਾ ਵਿਆਹ ਨਾ ਕਰੋ, ਉਸਨੂੰ ਹਜੇ ਇੰਨੀ ਸਮਝ ਕਿੱਥੇ ਹੈ। ਮੈਂ ਸੁਮਨ ਨੂੰ ਕਿਹਾ ਕਿ ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ, ਇਸ ਲਈ ਇਹ ਸਭ ਬੋਲ ਕੇ ਸਾਡੀ ਪਰੇਸ਼ਾਨੀ ਨਾ ਵਧਾ। ਪਰ ਉਹ ਕਹਿਣ ਲੱਗੀ, ਤੁਸੀਂ ਬਹੁਤ ਗਲਤ ਕਰਨ ਜਾ ਰਹੇ ਹੋ। ਛੋਟੀ ਬੇਟੀ ਨੇਹਾ ਨੂੰ ਇੰਨੀ ਸਮਝ ਨਹੀਂ ਸੀ, ਇਸ ਲਈ ਉਹ ਕੁਝ ਨਾ ਬੋਲੀ। ਉਸਨੂੰ ਤਾਂ ਇਹ ਸੀ ਕਿ ਉਸਦੇ ਮਾਂ-ਪਿਓ ਜੋ ਕਰਨਗੇ ਉਹ ਸਹੀ ਹੀ ਹੋਵੇਗਾ। ਪਰ ਸੁਮਨ ਬਹੁਤ ਗੁੱਸੇ ਵਿੱਚ ਸੀ। ਦੇਖਦੇ ਹੀ ਦੇਖਦੇ ਨੇਹਾ ਦੇ ਵਿਆਹ ਦਾ ਦਿਨ ਵੀ ਆ ਗਿਆ। ਉਸ ਦੀ ਵਿਦਾਈ ਤੋਂ ਘਰ ਵਿੱਚ ਮਾਤਮ ਛਾ ਗਿਆ। ਲੋਕ ਵੀ ਗੱਲਾਂ ਕਰਨ ਲੱਗੇ ਕਿ ਕੁੜੀ ਵਿੱਚ ਕੋਈ ਖੋਟ ਹੋਵੇਗੀ ਜੋ ਵੱਡੀ ਭੈਣ ਤੋਂ ਪਹਿਲਾਂ ਉਸ ਦਾ ਵਿਆਹ ਕਰ ਦਿੱਤਾ। ਮੈਂ ਸੁਮਨ ਨੂੰ ਵੀ ਮੰਦਰ ਵਾਲੀ ਗੱਲ ਦੱਸ ਦਿੱਤੀ ਤਾਂ ਉਹ ਕਹਿਣ ਲੱਗੀ, ਤੁਸੀਂ ਬੇਟੇ ਨੂੰ ਬਚਾਉਣ ਖਾਤਰ ਨੇਹਾ ਦੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ। ਤੁਸੀਂ ਤਾਂ ਉਸਦੇ ਸਸੁਰਾਲ ਬਾਰੇ ਵੀ ਕੁਝ ਪਤਾ ਨਹੀਂ ਕੀਤਾ। ਕਿਸ ਤਰ੍ਹਾਂ ਦੀ ਮਾਂ ਹੋ ਤੁਸੀਂ? ਇੱਕ ਬੱਚੇ ਖਾਤਰ ਦੂਜੇ ਦੀ ਜ਼ਿੰਦਗੀ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਮੈਂ ਰੋਣ ਲੱਗੀ, ਕਿਹਾ ਕਿ ਮੈਂ ਮਜਬੂਰ ਸੀ। ਮੈਂ
ਰਵੀ ਦੀ ਤਕਲੀਫ ਨਹੀਂ ਦੇ ਸਕਦੀ ਸੀ। ਮੈਂ ਸਾਰੀ ਰਾਤ ਜਾਗਦੀ ਰਹੀ। ਇਸ ਤਰ੍ਹਾਂ ਲੱਗਿਆ ਜਿਵੇਂ ਘਰ ਅੰਦਰ ਕਿਸੇ ਨੇ ਕੁਝ ਸੁੱਟਿਆ ਹੋਵੇ। ਮੈਂ ਕਮਰੇ ਵਿੱਚੋਂ ਬਾਹਰ ਆ ਕੇ ਦੇਖਿਆ ਤਾਂ ਇੱਕ ਬੈਗ ਸੀ। ਖੋਲ੍ਹ ਕੇ ਦੇਖਿਆ ਤਾਂ ਉਹ ਪੈਸਿਆਂ ਨਾਲ ਭਰਿਆ ਹੋਇਆ ਸੀ। ਤਾਂ ਮੈਂ ਆਪਣੇ ਪਤੀ ਨੂੰ ਉਠਾ ਕੇ ਬੈਗ ਦਿਖਾਇਆ ਤਾਂ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਕੌਣ ਰੱਖ ਸਕਦਾ ਹੈ। ਤਾਂ ਮੈਂ ਕਿਹਾ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ, ਉਸ ਬਜ਼ੁਰਗ ਦੀ ਗੱਲ ਸੱਚ ਹੋ ਗਈ। ਆਪਾਂ ਛੋਟੀ ਬੇਟੀ ਦਾ ਵਿਆਹ ਕਰਵਾ ਦਿੱਤਾ ਅਤੇ ਆਪਾਂ ਨੂੰ ਪੈਸੇ ਮਿਲ ਗਏ। ਬਸ ਹੁਣ ਨੇਹਾ ਵੀ ਆਪਣੇ ਸਸੁਰਾਲ ਵਿੱਚ ਖੁਸ਼ ਰਹੇ। ਅਸੀਂ ਰੱਬ ਦਾ ਧੰਨਵਾਦ ਕੀਤਾ ਅਤੇ ਸਵੇਰ ਹੁੰਦੇ ਹੀ ਆਪਣੇ ਬੇਟੇ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਰਵੀ ਦੇ ਇਲਾਜ ਲਈ ਸਾਨੂੰ 1 ਹਫ਼ਤਾ ਹਸਪਤਾਲ ਵਿੱਚ ਰੁਕਣਾ ਪਿਆ। ਰਵੀ ਦਾ ਇਲਾਜ ਹੋ ਗਿਆ ਸੀ। ਉਹ ਪਹਿਲਾਂ ਨਾਲੋਂ ਬਹੁਤ ਠੀਕ ਸੀ, ਪਰ ਇਸ ਦੌੜ ਭੱਜ ਵਿੱਚ ਨੇਹਾ ਬਾਰੇ ਸੋਚਣਾ ਹੀ ਭੁੱਲ ਗਏ। ਇੰਨੇ ਸਮੇਂ ਅਸੀਂ ਖੁਸ਼ ਸੀ, ਪਰ ਇਹ ਸਾਡੀ ਗਲਤਫਹਿਮੀ ਸੀ। ਇੱਕ ਦਿਨ ਮੈਂ ਸਵੇਰੇ ਉੱਠੀ ਤਾਂ ਘਰ ਦੇ ਅੰਦਰ ਦਰਵਾਜ਼ੇ ਕੋਲ ਇੱਕ ਕਾਗਜ਼ ਪਿਆ ਸੀ ਜਿਸ 'ਤੇ ਲਿਖਿਆ ਸੀ, ਆਪਣੀ ਬੇਟੀ ਦੀ ਖਬਰ ਲਓ ਜਾ ਕੇ। ਇਹ ਪੜ੍ਹ ਕੇ ਮੈਨੂੰ ਨੇਹਾ ਦੀ ਫਿਕਰ ਹੋਣ ਲੱਗੀ। ਮੈਂ ਅਜੇ ਤੱਕ ਉਸਦੇ ਸਸੁਰਾਲ ਨਹੀਂ ਗਈ ਸੀ। ਮੈਨੂੰ ਬਹੁਤ ਬੇਚੈਨੀ ਹੋਣ ਲੱਗੀ। ਮੈਂ ਸੁਮਨ ਨੂੰ ਸਭ ਕੁਝ ਦੱਸਿਆ ਤਾਂ ਉਸਨੇ ਕਿਹਾ ਨੇਹਾ ਦੀ ਸੱਸ ਨੂੰ ਫ਼ੋਨ ਮਿਲਾਇਆ। ਮੈਂ ਕਿਹਾ ਮੈਂ ਨੇਹਾ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਉਹ ਕਹਿਣ ਲੱਗੀ ਕਿ ਬੇਫਿਕਰ ਹੋ ਕੇ ਆਓ। ਉਸਦੀ ਗੱਲ ਸੁਣ ਕੇ ਮੈਨੂੰ ਥੋੜ੍ਹਾ ਸਕੂਨ ਤਾਂ ਮਿਲਿਆ, ਪਰ ਦਿਲ ਤਾਂ ਨੇਹਾ ਨੂੰ ਦੇਖਣਾ ਚਾਹੁੰਦਾ ਸੀ। ਇਸ ਲਈ ਮੈਂ ਛੇਤੀ ਨਾਲ ਤਿਆਰ ਹੋ ਕੇ ਨੇਹਾ ਦੇ ਸਸੁਰਾਲ ਪਹੁੰਚ ਗਈ। ਮੈਂ ਜਾ ਕੇ ਦੇਖਿਆ ਤਾਂ ਨੇਹਾ ਦਾ ਘਰ ਤਾਂ ਇੱਕ ਆਲੀਸ਼ਾਨ ਬੰਗਲਾ ਸੀ। ਜਦੋਂ ਮੈਂ ਘਰ ਅੰਦਰ ਨੇਹਾ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਹੁਣ ਉਹ ਵੱਡੇ ਘਰ ਦੀ ਨੂੰਹ ਵਾਂਗ ਵਿਵਹਾਰ ਕਰ ਰਹੀ ਸੀ। ਉਹ ਨੌਕਰਾਂ ਤੋਂ ਮੇਰੇ ਲਈ ਖਾਣ ਪੀਣ ਦਾ ਸਮਾਨ ਮੰਗਵਾ ਰਹੀ ਸੀ। ਉਸਨੇ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਅਤੇ ਕਹਿਣ ਲੱਗੀ ਕਿ ਅਗਲੀ ਵਾਰ ਦੀਦੀ ਨੂੰ ਵੀ ਨਾਲ ਲੈ ਕੇ ਆਇਓ। ਉਸਦੀ ਸੱਸ ਵੀ ਕੋਲ ਹੀ ਬੈਠੀ ਸੀ। ਮੈਂ ਸਮਝ ਗਈ ਕਿ ਮੇਰੀ ਬੇਟੀ ਇਸ ਘਰ ਵਿੱਚ ਖੁਸ਼ ਹੈ। ਮੈਂ ਘਰ ਜਾ ਕੇ ਸੁਮਨ ਨੂੰ ਨੇਹਾ ਬਾਰੇ ਦੱਸਿਆ ਤਾਂ ਉਹ ਵੀ ਖੁਸ਼ ਹੋ ਗਈ। ਹੁਣ ਰਵੀ ਵੀ ਪਹਿਲਾਂ ਨਾਲੋਂ ਠੀਕ ਸੀ, ਪਰ ਅਗਲੇ ਕੁਝ ਦਿਨਾਂ ਤੱਕ ਫਿਰ ਉਸੇ ਤਰ੍ਹਾਂ ਦਾ ਕਾਗਜ਼ ਜਿਸ 'ਤੇ ਲਿਖਿਆ ਹੁੰਦਾ ਆਪਣੀ ਬੇਟੀ ਨੂੰ ਬਚਾ ਲਓ ਗੇਟ ਕੋਲ ਪਿਆ ਹੁੰਦਾ। ਮੈਂ ਇੱਕ ਵਾਰ ਫਿਰ ਨੇਹਾ ਸੱਸ ਨੂੰ ਫ਼ੋਨ ਕਰਕੇ ਉਸਦੇ ਘਰ ਪਹੁੰਚ ਗਈ। ਇਸ ਵਾਰ ਵੀ ਨੇਹਾ ਖੁਸ਼ ਨਜ਼ਰ ਆ ਰਹੀ ਸੀ, ਪਰ ਉਹ ਕਾਗਜ਼ ਹਜੇ ਵੀ ਗੇਟ ਅੰਦਰ ਰੋਜ਼ ਹੀ ਮਿਲਦਾ। ਮੈਂ ਪਰੇਸ਼ਾਨ ਹੋ ਗਈ ਸੀ। ਇਸ ਲਈ ਇੱਕ ਦਿਨ ਮੈਂ ਬਿਨਾਂ ਦੱਸੇ ਹੀ ਨੇਹਾ ਦੇ ਸਸੁਰਾਲ ਪਹੁੰਚ ਗਈ। ਉੱਥੇ ਜੋ ਮੰਜ਼ਰ ਦੇਖਿਆ, ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਨੂੰ ਦੇਖਦੇ ਹੀ ਨੇਹਾ ਰੋਣ ਲੱਗੀ, ਕਹਿਣ ਲੱਗੀ ਮੈਨੂੰ ਇੱਥੋਂ ਲੈ ਜਾਓ, ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗੀ, ਫਿਰ ਕਦੇ ਤੁਹਾਨੂੰ ਮਿਲ ਵੀ ਨਹੀਂ ਪਾਵਾਂਗੀ। ਮੈਂ ਪਹਿਲਾਂ ਤਾਂ ਜਲਦੀ ਨਾਲ ਪੁਲਿਸ ਨੂੰ ਫ਼ੋਨ ਕੀਤਾ, ਫਿਰ ਘਰੋਂ ਬਾਹਰ ਆਉਣ ਲੱਗੀ, ਪਰ ਚੌਕੀਦਾਰ ਨੇ ਜਾਣ ਨਾ ਦਿੱਤਾ ਅਤੇ ਉਹ ਜਲਦੀ ਨਾਲ ਰੇਖਾ ਮੈਡਮ ਨੂੰ ਫ਼ੋਨ ਕਰਕੇ ਸਭ ਦੱਸਣ ਲੱਗਾ। ਉਹ ਕਿਤੇ ਬਾਹਰ ਗਈ ਹੋਈ ਸੀ। ਰੇਖਾ ਦੇ ਆਉਣ ਤੋਂ ਪਹਿਲਾਂ ਪੁਲਿਸ ਉੱਥੇ ਪਹੁੰਚ ਗਈ ਸੀ। ਨੇਹਾ ਨੇ ਜੋ ਪੁਲਿਸ ਨੂੰ ਦੱਸਿਆ ਉਹ ਸੁਣ ਕੇ ਮੈਂ ਸੁੰਨ ਹੋ ਗਈ। ਉਸਨੇ ਦੱਸਿਆ ਕਿ ਮੈਂ ਹੁਣ ਤੱਕ ਇੱਕ ਵਾਰ ਵੀ ਆਪਣੇ ਪਤੀ ਦੀ ਸ਼ਕਲ ਨਹੀਂ ਦੇਖੀ, ਉਹ ਤਾਂ ਇੱਥੇ ਕਦੇ ਆਇਆ ਹੀ ਨਹੀਂ। ਮੈਨੂੰ ਰੇਖਾ ਮੈਡਮ ਜੋ ਮੇਰੀ ਸੱਸ ਸੀ, ਹਰ ਰੋਜ਼ ਅਮੀਰ ਲੋਕਾਂ ਵਰਗੇ ਤੌਰ ਤਰੀਕੇ ਸਿਖਾਉਂਦੀ, ਕਿਵੇਂ ਉੱਠਣਾ, ਕਿਵੇਂ ਬੈਠਣਾ, ਖਾਣਾ ਪੀਣਾ ਕਿਵੇਂ ਹੈ। ਉਹ ਮੈਨੂੰ ਸਰੀਰ ਬਣਾਉਣ ਵਾਲੀ ਦਵਾਈ ਵੀ ਦਿੰਦੀ। ਮੈਂ ਕੁਝ ਦਿਨ ਪਹਿਲਾਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸਨ ਕਿ ਉਹ ਘੱਟ ਉਮਰ 'ਤੇ ਗਰੀਬ ਕੁੜੀਆਂ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੰਦੇ ਹਨ ਜਿਸ ਨਾਲ ਮੇਰਾ ਕਰਵਾਇਆ ਸੀ। ਫਿਰ ਉਹ ਕੁੜੀ ਦੇ ਘਰ ਪੈਸੇ ਸੁੱਟ ਆਉਂਦੇ ਹਨ। ਜੋ ਉਸ ਕੁੜੀ ਦੀ ਕੀਮਤ ਹੁੰਦੀ ਹੈ, ਉਹ ਪੈਸੇ ਇਸ ਲਈ ਸਿੱਟਦੇ ਸਨ ਤਾਂ ਕਿ ਗਰੀਬ ਲੋਕ ਪੈਸਾ ਦੇ ਕੇ ਕੁਝ ਸਮੇਂ ਲਈ ਆਪਣੀ ਕੁੜੀ ਨੂੰ ਭੁੱਲ ਜਾਣ। ਇੰਨੇ ਸਮੇਂ ਵਿੱਚ ਉਹ ਕੁੜੀ ਨੂੰ ਦੁਬਈ ਵੇਚ ਦਿੰਦੇ ਹਨ ਅਤੇ ਖੁਦ ਇਲਾਕਾ ਛੱਡ ਕੇ ਗਾਇਬ ਹੋ ਜਾਂਦੇ ਹਨ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਡਰ ਗਈ ਸੀ, ਇੱਥੋਂ ਨਿਕਲਣਾ ਚਾਹੁੰਦੀ ਸੀ। ਇਸ ਲਈ ਮੈਂ ਇੱਕ ਨੌਕਰਾਣੀ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਇੱਕ ਵਾਰ ਮੇਰੇ ਮਾਂ-ਪਿਓ ਨੂੰ ਮੇਰੀ ਸੱਚਾਈ ਦੱਸ ਦੇ। ਉਸਨੂੰ ਮੇਰੇ 'ਤੇ ਤਰਸ ਆ ਗਿਆ, ਪਰ ਉਹ ਵੀ ਮਜਬੂਰ ਸੀ। ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਇਸ ਲਈ ਉਹ ਰਾਤ ਦੇ ਹਨੇਰੇ ਵਿੱਚ ਉਹ ਕਾਗਜ਼ ਗੇਟ ਅੰਦਰ ਰੱਖ ਆਉਂਦੀ। ਉਸਨੂੰ ਜ਼ਿਆਦਾ ਲਿਖਣਾ ਵੀ ਨਹੀਂ ਆਉਂਦਾ ਸੀ, ਇਸ ਲਈ ਇੰਨਾ ਹੀ ਲਿਖਦੀ, ਜਦੋਂ ਮਾਂ ਮੈਨੂੰ ਮਿਲਣ ਆਉਂਦੀ ਤਾਂ ਰੇਖਾ ਮੈਡਮ ਮੈਨੂੰ ਕਦੇ ਇਕੱਲੀ ਨਾ ਛੱਡਦੀ। ਇਸ ਲਈ ਮੈਂ ਮਾਂ ਨੂੰ ਕੁਝ ਨਾ ਦੱਸ ਪਾਉਂਦੀ। ਅੱਜ ਮੈਨੂੰ ਇਹਨਾਂ ਨੇ ਦੁਬਈ ਵੇਚ ਦੇਣਾ ਸੀ। ਉਹ ਤਾਂ ਰੱਬ ਦਾ ਸ਼ੁਕਰ ਹੈ ਕਿ ਮਾਂ ਆ ਗਈ। ਮੈਂ ਨੇਹਾ ਨੂੰ ਗਲੇ ਲਗਾ ਕੇ ਰੋਣ ਲੱਗੀ। ਪੁਲਿਸ ਨੇ ਉਸ ਗਿਰੋਹ ਨੂੰ ਫੜ ਲਿਆ ਸੀ। ਉਸ ਬਜ਼ੁਰਗ ਆਦਮੀ ਵੀ ਉਹਨਾਂ ਦਾ ਹੀ ਬੰਦਾ ਸੀ ਜੋ ਗਰੀਬ ਪਰੇਸ਼ਾਨ ਔਰਤਾਂ ਨੂੰ ਮੇਰੇ ਵਾਂਗ ਗੁੰਮਰਾਹ ਕਰਦਾ ਸੀ। ਉਹ ਉਸ ਨੂੰ ਬਜ਼ੁਰਗ ਨੂੰ ਸਮਝ ਕੇ ਉਸਦੀਆਂ ਗੱਲਾਂ ਵਿੱਚ ਆ ਜਾਂਦੀਆਂ ਸਨ। ਮੈਨੂੰ ਆਪਣੇ ਕੀਤੇ 'ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਜੇ ਮੈਂ ਉਹਨਾਂ ਬਾਰੇ ਵਿਆਹ ਤੋਂ ਪਹਿਲਾਂ ਪੁੱਛ ਪੜਤਾਲ ਕੀਤੀ ਹੁੰਦੀ ਤਾਂ ਮੇਰੀ ਬੇਟੀ ਨੂੰ ਇਹ ਸਭ ਨਾ ਦੇਖਣਾ ਪੈਂਦਾ, ਪਰ ਮੈਨੂੰ ਤਾਂ ਉਸ ਸਮੇਂ ਆਪਣੀਆਂ ਪਰੇਸ਼ਾਨੀਆਂ ਅਤੇ ਬੇਟੀ ਦੀ ਤਕਲੀਫ ਹੀ ਦਿਸ ਰਹੀ ਸੀ। ਪਰ ਰੱਬ ਦਾ ਸ਼ੁਕਰ ਸੀ ਕਿ ਮੇਰੀ ਬੱਚੀ ਮੈਨੂੰ ਮਿਲ ਗਈ ਸੀ। ਉਸ ਨੂੰ ਲੈ ਕੇ ਮੈਂ ਆਪਣੇ ਘਰ ਆ ਗਈ ਅਤੇ ਅੱਗੇ ਤੋਂ ਕਿਸੇ ਦੀਆਂ ਵੀ ਗੱਲਾਂ ਵਿੱਚ ਨਹੀਂ ਆਵਾਂਗੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ।